ਹੈਲੋ एवरीवन। ਅੱਜ ਅਸੀਂ ਕਰਾਂਗੇ ਵਿੱਚ ਫੰਕਸ਼ਨ ਦੀਆਂ ਟਾਈਪਸ। ਕੱਲ੍ਹ ਅਸੀਂ ਡਿਸਕਸ ਕੀਤਾ ਸੀਗਾ ਕਿ ਫੰਕਸ਼ਨ ਕੀ ਹੁੰਦਾ, ਫੰਕਸ਼ਨ ਦਾ ਮੀਨਿੰਗ ਕੀ ਆ ਜੇ ਅਸੀਂ ਰੀਅਲ ਲਾਈਫ 'ਚ ਸਮਝੀਏ। ਸੈਕਿੰਡ, ਇਹਦੀ ਡੈਫੀਨੇਸ਼ਨ ਕੀ ਆ। ਥਰਡ, ਮੈਥਾਮੈਟੀਕਲ ਨੋਟੇਸ਼ਨ ਕੀ ਆ। ਅਤੇ ਐਂਡ ਇਹਦੀ ਵਰਕਿੰਗ ਕਿਵੇਂ ਆ, ਵੀ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ, ਕੀ ਵੈਲਿਊ ਸਾਨੂੰ ਮਿਲਦੀਆਂ ਨੇ, ਕੀ ਅਸੀਂ ਇਨਪੁਟ ਦਿੰਦੇ ਹਾਂ। ਅੱਜ ਪੜ੍ਹਾਂਗੇ ਬੱਚੇ ਕਿ ਇਹਦੀਆਂ ਟਾਈਪਸ ਕੀ ਨੇ। ਦੇਖੋ ਫੰਕਸ਼ਨ ਸੀਗਾ ਜਿਹੜਾ ਸਾਨੂੰ ਜਦੋਂ ਅਸੀਂ ਕੋਈ ਇਨਪੁਟ ਦਿੰਦੇ ਹਾਂ ਉਸ ਤੋਂ ਬਾਅਦ ਉਹਦੇ ਉੱਤੇ ਪ੍ਰੋਸੈਸਿੰਗ ਹੁੰਦੀ ਹੈ ਅਤੇ ਉਸ ਜਿਹੜੀ ਸਾਨੂੰ ਆਊਟਪੁੱਟ ਮਿਲਦੀ ਹੈ, ਇਹ ਸਾਰੇ ਪ੍ਰੋਸੀਜਰ ਦੀ ਫੋਰਮ 'ਚ ਅਸੀਂ ਫੰਕਸ਼ਨ ਨੂੰ ਡਿਫਾਈਨ ਕੀਤਾ। ਹੁਣ ਫੰਕਸ਼ਨ ਕਿੰਨੀ ਤਰ੍ਹਾਂ ਦਾ ਹੁੰਦਾ ਸਾਡੇ ਕੋਲ ਬੱਚੇ, ਮੇਨਲੀ ਅਸੀਂ ਜੋ ਡੀਲ ਕਰਦੇ ਹਾਂ ਉਹਦੇ ਵਿੱਚ ਆਉਂਦਾ 1-1 ਫੰਕਸ਼ਨ, ਔਨ ਟੂ ਫੰਕਸ਼ਨ, ਬਾਈਜੈਕਟਿਵ ਫੰਕਸ਼ਨ, ਕੌਨਸਟੈਂਟ ਫੰਕਸ਼ਨ, ਲੀਨੀਅਰ ਫੰਕਸ਼ਨ, ਇਸ ਤਰ੍ਹਾਂ ਦੀਆਂ ਬਹੁਤ ਟਾਈਪਸ। ਹੁਣ ਇਹਨਾਂ ਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ, ਸਭ ਤੋਂ ਪਹਿਲਾਂ ਬੱਚੇ ਪੜ੍ਹਦੇ ਹਾਂ ਅਸੀਂ 1-1 ਫੰਕਸ਼ਨ। ਕੋਈ ਫੰਕਸ਼ਨ 1-1 ਕਦੋਂ ਹੋਏਗਾ। ਦੇਖੋ ਸਾਡੇ ਕੋਲ ਕਹਿੰਦੇ 1-1 ਫੰਕਸ਼ਨ ਕੀ ਆ। ਅ ਫੰਕਸ਼ਨ ਇਜ਼ ਅ 1-to-1 ਇਫ ਈਚ ਐਲੀਮੈਂਟ ਇਨ ਦਾ ਕੋਡੋਮੇਨ ਹੈਜ਼ ਅ ਯੂਨੀਕ ਪ੍ਰੀ ਇਮੇਜ। ਕਹਿੰਦੇ ਅਸੀਂ ਕਿਸੇ ਫੰਕਸ਼ਨ ਨੂੰ 1-1 ਕਦੋਂ ਕਹਾਂਗੇ, ਜਦੋਂ ਉਹਦੀ ਕੋਡੋਮੇਨ ਦੇ ਹਰ ਐਲੀਮੈਂਟ ਦੀ ਪ੍ਰੀ ਇਮੇਜ ਹੋਏਗੀ, ਯੂਨੀਕ ਪ੍ਰੀ ਇਮੇਜ ਹੋਏਗੀ। ਥੋੜਾ ਮੋਟਾ ਕਨਫਿਊਜ਼ਿੰਗ, ਚਲੋ ਅਗਲੀ ਪੜ੍ਹਦੇ ਹਾਂ। ਅ ਫੰਕਸ਼ਨ ਫਰੋਮ f from a to b is called a 1-to-1 if whenever f a is equal to f of b then a equal to b. No element of a b is the image of more than one element of a। ਦੇਖੋ ਬੱਚੇ ਅਸੀਂ ਇਹਨੂੰ ਸਿੰਪਲੀ ਜੇ ਸਮਝਣਾ ਹੋਵੇ, ਕਹਿੰਦੇ ਕੱਲ੍ਹ ਅਸੀਂ ਇੱਕ ਡਾਇਗਰਾਮ ਦੇ ਥਰੂ ਫੰਕਸ਼ਨ ਨੂੰ ਸਮਝਿਆ। ਡਾਇਗਰਾਮ ਕੀ ਸੀਗੀ, ਕਹਿੰਦੇ ਇੱਕ a ਸੈੱਟ ਆ, ਇੱਕ b ਸੈੱਟ ਆ। ਫੰਕਸ਼ਨ ਕੀ ਆ, ਕਹਿੰਦੇ ਐਫ ਏ ਨੂੰ ਸ਼ੋ ਕਰਦਾ ਕਿ ਏ ਦੇ ਕਿਸੇ ਐਲੀਮੈਂਟ ਨੂੰ ਬੀ ਦੇ ਕਿਸੇ ਐਲੀਮੈਂਟ ਤੱਕ ਮੈਪ ਕਰਕੇ ਜਾਂਦਾ, ਮਤਲਬ ਉਹਦੀ ਇਨਪੁਟ ਦਿੰਦੇ ਹਾਂ ਅਸੀਂ ਏ ਸੈੱਟ 'ਚੋਂ ਅਤੇ ਆਊਟਪੁੱਟ ਸਾਨੂੰ ਬੀ ਸੈੱਟ 'ਚੋਂ ਮਿਲਦੇ ਆ। ਜਿਵੇਂ 1 ਦੀ ਇਮੇਜ 3 ਲੈ ਲਈ, 2 ਦੀ ਇਮੇਜ ਏ ਲੈ ਲਈ, 3 ਦੀ ਇਮੇਜ ਕੀ ਲੈ ਲਈ, ਬੀ ਲੈ ਲਈ। ਹੁਣ ਅਸੀਂ ਜਦੋਂ ਇਹ ਫੰਕਸ਼ਨ ਨੂੰ ਦੇਖਿਆ ਬੱਚੇ, ਕਹਿੰਦੇ ਕਿ ਹਰ ਐਲੀਮੈਂਟ ਦੀ ਇੱਕ ਯੂਨੀਕ ਇਮੇਜ ਹੈਗੀ ਹੈ। ਯੂਨੀਕ ਮਤਲਬ ਜੇ 1 ਦੀ ਇਮੇਜ ਸੀ ਆ ਤਾਂ ਕੀ ਕਿਸੇ ਹੋਰ ਐਲੀਮੈਂਟ ਦੀ ਸੀ ਇਮੇਜ ਤਾਂ ਨਹੀਂ ਹੈਗੀ। 2 ਦੀ ਦੇਖੋ ਏ ਆ, 3 ਦੀ ਸਾਡੇ ਕੋਲ ਬੀ ਆ, ਕਿਸੇ ਹੋਰ ਦੀ ਇਮੇਜ ਸੀ ਨਹੀਂ। ਤਾਂ ਯੂਨੀਕ ਦਾ ਮਤਲਬ ਬਸ ਆਪਣੇ ਆਪ 'ਚ ਉਹ ਹੈਗੀ ਆ, ਇਹ ਤੋਂ ਬਿਨਾਂ ਹੋਰ ਉਹ ਕਿਸੇ ਦੀ ਇਮੇਜ ਨਹੀਂ ਹੈਗੀ। ਜੇ ਬਾਈ ਚਾਂਸ ਉਰੇ ਬੱਚੇ 4 ਹੁੰਦਾ, 4 ਦੀ ਇਮੇਜ ਇੱਥੇ ਸੀ ਹੁੰਦੀ ਅਤੇ 1 ਦੀ ਇਮੇਜ ਵੀ ਸੀ ਆ, ਤਾਂ ਕੀ ਸੀ ਸਾਡੇ ਕੋਲ 1 ਦੀ ਯੂਨੀਕ ਇਮੇਜ ਰਹੀ? ਨਹੀਂ, ਇਹ ਤਾਂ 1 ਦੀ ਵੀ ਇਮੇਜ ਆ ਅਤੇ 4 ਦੀ ਵੀ ਇਮੇਜ ਆ। 4 ਵੀ ਸੀ ਨਾਲ ਜੁੜਿਆ ਹੋਇਆ ਅਤੇ 1 ਵੀ ਸੀ ਨਾਲ ਜੁੜਿਆ ਹੋਇਆ। ਇੱਥੇ ਇਹ 1-1 ਨਹੀਂ ਹੋਊਗਾ। 1-1 ਫੰਕਸ਼ਨ ਕਦੋਂ ਹੁੰਦਾ, ਕਹਿੰਦੇ ਜਦੋਂ ਏ ਦਾ ਹਰ ਐਲੀਮੈਂਟ ਬੀ ਦੇ ਇਕੱਲੇ ਐਲੀਮੈਂਟ ਯੂਨੀਕ ਐਲੀਮੈਂਟ ਦੇ ਨਾਲ ਕੀ ਹੋਊਗਾ, ਜੁੜਿਆ ਹੋਊਗਾ, ਉਹਨੂੰ ਅਸੀਂ ਕੀ ਕਹਿੰਦੇ ਹਾਂ, 1-1 ਫੰਕਸ਼ਨ ਕਹਿੰਦੇ ਹਾਂ। ਹੋਰ ਸਮਝ ਲੈਣੇ ਬੱਚੇ, ਜੇ ਦੂਸਰੀ ਡੈਫੀਨੇਸ਼ਨ ਅਕੋਰਡਿੰਗ ਕਹਿੰਦੇ ਜੇ ਅਸੀਂ ਇੱਧਰੋਂ ਦੇਖਣਾ ਚਾਹੀਏ, ਬੀ ਦੇ ਵੱਲੋਂ ਦੇਖਣਾ ਚਾਹੀਏ, ਤਾਂ ਬੀ ਪਿੱਛੇ ਹਰ ਵਾਰੀ ਕਿਸੇ ਯੂਨੀਕ ਐਲੀਮੈਂਟ ਨਾਲ ਹੀ ਜੁੜਿਆ ਹੋ। ਬੀ ਦਾ ਹਰ ਐਲੀਮੈਂਟ ਪਿੱਛੇ ਕਿਸੇ ਇੱਕ ਯੂਨੀਕ ਐਲੀਮੈਂਟ ਨਾਲ ਜੁੜਿਆ ਹੋ, ਉਹਨੂੰ ਕੀ ਕਹਿੰਦੇ ਹਾਂ ਅਸੀਂ, 1-1 ਫੰਕਸ਼ਨ। ਇਹ ਤੋਂ ਵੀ ਬਿਨਾਂ ਬੱਚੇ ਸਿੱਧੀ ਜੇ ਅਸੀਂ ਡੈਫੀਨੇਸ਼ਨ ਜੇ ਸਟ੍ਰੇਟ ਫਾਰਵਰਡ ਗੱਲ ਕਰਨੀ ਹੋਵੇ, ਨਹੀਂ ਸਮਝ ਆਉਂਦੀ ਇੰਨੀ ਕੰਪਲੈਕਸ, ਤਾਂ ਫੰਕਸ਼ਨ ਕੀ ਹੁੰਦਾ, 1-1 ਫੰਕਸ਼ਨ ਕੀ ਹੁੰਦਾ, ਜਦੋਂ ਜਿੰਨੇ ਐਲੀਮੈਂਟ ਪਏ ਨੇ, ਜਿੰਨੇ ਇੱਧਰ ਐਲੀਮੈਂਟ ਪਏ ਨੇ, ਜੇ ਉਹਨਾਂ ਦੇ ਵਿੱਚ ਰਿਲੇਸ਼ਨ ਹੈਗਾ ਤਾਂ ਸਿੰਪਲ ਇੱਕ ਸਿੰਗਲ ਲਾਈਨ ਨਾਲ ਰਿਪਰਜੈਂਟ ਹੋਊਗਾ। ਇਹ ਨਹੀਂ ਹੈਗਾ ਕਿ ਇੱਧਰੋਂ ਸਾਡੇ ਕੋਲ 2 ਲਾਈਨਸ ਨਿਕਲੂ ਤਾਂ ਫੰਕਸ਼ਨ ਹੀ ਨਹੀਂ ਬਚੇ। ਜਿਵੇਂ ਹੁਣ 5 ਆ ਤਾਂ 5 ਤੱਕ ਪਹੁੰਚਣ ਵਾਲੀ ਸਿਰਫ ਇੱਕ ਲਾਈਨ ਆ। ਇਹ ਨਹੀਂ ਹੋਣਾ ਚਾਹੀਦਾ ਕਿ 5 ਤੱਕ ਦੂਸਰੀ ਵੀ ਕੋਈ ਲਾਈਨ ਪਹੁੰਚਦੀ ਹੋਵੇ, ਨਹੀਂ, ਬਸ ਜਦੋਂ 5 ਤੱਕ ਇੱਕ ਲਾਈਨ ਆ, 4 ਤੱਕ ਵੀ ਕੋਈ ਇੱਕ ਲਾਈਨ ਪਹੁੰਚਦੀ ਹੈ, 6 ਤੱਕ ਵੀ ਕੋਈ ਇੱਕ ਲਾਈਨ ਪਹੁੰਚਦੀ ਹੈ, ਉਦੋਂ ਹੀ ਇਹ ਕਿ ਫੰਕਸ਼ਨ ਕੀ ਹੋਊਗਾ, 1-1 ਹੋਊਗਾ। ਉਸ ਤੋਂ ਬਾਅਦ ਬੱਚੇ ਅੱਗੇ ਦੇ ਐਗਜ਼ਾਮਪਲ ਦੇਖਦੇ ਹਾਂ। ਕਹਿੰਦੇ ਜਿਹੜੇ 1-1 ਫੰਕਸ਼ਨ ਆ ਉਹਨੂੰ ਅਸੀਂ ਇੰਜੈਕਟਿਵ ਵੀ ਬੋਲਦੇ ਹਾਂ। 1-1 ਫੰਕਸ਼ਨ ਨੂੰ ਕੀ ਬੋਲਿਆ ਜਾਂਦਾ, ਇੰਜੈਕਟਿਵ ਫੰਕਸ਼ਨ ਵੀ ਬੋਲਿਆ ਜਾਂਦਾ। ਅੱਗੇ ਕਹਿੰਦੇ ਅ ਫੰਕਸ਼ਨ ਇਜ਼ 1-to-1 ਇਫ ਨੋ ਮੋਰ ਦੈਨ 1 ਐਲੀਮੈਂਟ ਇਨ ਦਾ ਡੋਮੇਨ ਇਜ਼ ਪੇਅਰਡ ਵਿਦ ਅਗੇਨ। ਬੱਚੇ ਉਹੀ ਗੱਲ ਰਿਪੀਟ ਕੀਤੀ ਹੋਈ ਆ। ਕਹਿੰਦੇ 1-1 ਫੰਕਸ਼ਨ ਕੀ ਹੁੰਦਾ, ਜਦੋਂ ਹਰ ਐਲੀਮੈਂਟ ਦੀ ਇੱਕ ਯੂਨੀਕ ਇਮੇਜ ਹੋਵੇ। ਜਿਵੇਂ ਕਿ ਇਸ ਡਾਇਗਰਾਮ ਦੇ ਥਰੂ ਸਮਝ ਸਕਦੇ ਹਾਂ ਬੱਚੇ, ਏ ਦੀ ਇਮੇਜ ਸਮਾਲ ਏ, ਬੀ ਦੀ ਇਮੇਜ ਬੀ, ਸੀ ਦੀ ਇਮੇਜ ਸਮਾਲ ਸੀ। ਦੇਖੋ ਹਰ ਐਲੀਮੈਂਟ ਦੇ ਲਈ ਇੱਕ ਹੀ ਇਮੇਜ ਆ। ਇਹ ਤਾਂ ਨਹੀਂ ਹੈਗਾ ਕਿ ਇੱਕ ਕੋਈ ਜਿਹੜੀ ਇਮੇਜ ਬੀ ਦੇ ਵਿੱਚ ਜੋ ਐਲੀਮੈਂਟ ਨੇ ਉਹ ਕਿਸੇ 1-2 ਐਲੀਮੈਂਟਸ ਨੂੰ ਰਿਪਰਜੈਂਟ ਕਰਦੇ ਹੋਣ, ਨਹੀਂ, ਹਰ ਐਲੀਮੈਂਟ ਸਿਰਫ ਇੱਕ ਸਿੰਗਲ ਐਲੀਮੈਂਟ ਨਾਲ ਜੁੜਿਆ ਹੋਇਆ, ਅਤੇ ਇਹ ਫੰਕਸ਼ਨ ਸਾਡੇ ਕੋਲ ਕੀ ਹੋ ਗਿਆ, 1-1 ਹੋ ਗਿਆ। ਅੱਗੇ ਬੱਚੇ ਐਗਜ਼ਾਮਪਲ ਦੇ ਥਰੂ ਇੱਕ ਦੇਖੋ ਹੋਰ ਐਗਜ਼ਾਮਪਲ ਦਿੱਤੀ ਹੋਈ ਆ। ਆਹ ਵਾਲੀ ਸਾਡੇ ਕੋਲ ਕੀ ਨੇ, ਸੈੱਟ ਆ। ਕਹਿੰਦੇ ਇੱਕ ਐਲੀਮੈਂਟ ਪਏ ਨੇ AEIO, ਇੱਕ ਸਾਈਡ 'ਤੇ ਐਲੀਮੈਂਟ ਪਏ ਨੇ 1 2 3 4 5। ਦੇਖੋ ਇਹਦੇ ਵਿੱਚ ਏ ਦੀ ਇਮੇਜ ਕੀ ਆ, 1 ਆ, ਈ ਦੀ ਇਮੇਜ ਕਿੰਨੀ ਆ, 4 ਆ, ਈ ਦੀ ਇਮੇਜ ਸਾਡੇ ਕੋਲ ਕਿੰਨੀ ਆ, 4, ਐਂਡ ਆਈ ਦੀ ਇਮੇਜ ਕਿੰਨੀ ਆ, 5, ਐਂਡ ਓ ਦੀ ਇਮੇਜ ਕਿੰਨੀ ਆ, 2। ਹੁਣ ਦੇਖੋ ਬੱਚੇ ਹਰ ਐਲੀਮੈਂਟ ਦੇ ਲਈ ਇੱਕ ਇਮੇਜ ਆ, 1 ਦੀ, ਏ ਦੀ 1, ਈ ਦੀ 4, ਆਈ ਦੀ 5, ਓ ਦੀ 2,
ਪਰ ਹੁਣ ਤੁਸੀਂ ਕਹੋਗੇ ਇੱਥੇ ਤਾਂ ਜੀ 3 ਦੀ ਕੋਈ ਇਮੇਜ ਨਹੀਂ। ਦੇਖੋ ਬੱਚੇ ਸਾਨੂੰ ਇਹ ਨਹੀਂ ਹੈਗਾ ਵੀ ਕੋਈ ਹੈ ਜਾਂ ਨਹੀਂ ਹੈ, ਸਾਨੂੰ ਤਾਂ ਜਿੰਨੇ ਜੁੜੇ ਹੋਏ ਨੇ ਕੀ ਉਹ ਇੱਕ ਸਿੰਗਲ ਲਾਈਨ ਨਾਲ ਜੁੜੇ ਹੋਏ ਨੇ। ਦੇਖੋ ਇਹਦੇ ਵਿੱਚ ਵੀ ਇੱਕ ਸਿੰਗਲ ਲਾਈਨ, ਇਹਦੇ ਵਿੱਚ ਵੀ ਸਿੰਗਲ, ਇਹਦੇ ਵਿੱਚ ਵੀ ਸਿੰਗਲ, ਜਿੰਨੀਆਂ ਲਾਈਨਸ ਨੇ ਉਹ ਸਿਰਫ ਇੱਕ ਲਾਈਨ ਦੇ ਨਾਲ ਹੀ ਰਿਲੇਸ਼ਨ ਸੈਟਅਪ ਹੋ ਰਹੇ ਨੇ। ਤਾਂ ਇਸ ਤਰ੍ਹਾਂ ਦਾ ਫੰਕਸ਼ਨ ਕੀ ਹੋਊਗਾ 1 1। ਕੋਈ ਐਲੀਮੈਂਟ ਖਾਲੀ ਰਹਿ ਰਿਹਾ ਬੱਚੇ ਕੋਡ ਡੋਮੇਨ 'ਚੋਂ ਕੋਈ ਪ੍ਰੋਬਲਮ ਨਹੀਂ, ਬਸ ਡੋਮੇਨ 'ਚੋਂ ਖਾਲੀ ਨਹੀਂ ਹੋਣਾ ਚਾਹੀਦਾ, ਕਿਉਂਕਿ ਡੋਮੇਨ 'ਚ ਜੇ ਖਾਲੀ ਹੈ ਤਾਂ ਉਹ ਫੰਕਸ਼ਨ ਨਹੀਂ ਹੋ। ਹੁਣ ਦੇਖੋ ਇੱਧਰ ਵੀ ਇਹੀ ਐਗਜ਼ਾਮਪਲ ਦਿੱਤੀ ਹੋਈ ਆ, A ਦੀ ਇਮੇਜ 1 ਆ, ਠੀਕ ਆ, E ਦੀ ਇਮੇਜ 3 ਆ, 2 ਆ, ਐਂਡ O ਦੀ ਇਮੇਜ ਵੀ 2 ਆ। ਦੇਖੋ ਬੱਚੇ ਹੁਣ ਇੱਥੇ 2 ਦੇ ਨਾਲ ਕਿੰਨੀਆਂ ਲਾਈਨਸ ਜੁੜ ਰਹੀਆਂ ਨੇ ਆ ਕੇ 2 ਲਾਈਨਸ। ਜਿੱਥੇ ਸਾਡੇ ਕੋਲ ਇੱਕ ਐਲੀਮੈਂਟ ਦੇ ਨਾਲ ਇੱਕ ਤੋਂ ਜ਼ਿਆਦਾ ਲਾਈਨਸ ਨੇ ਉਹ 1 1 ਫੰਕਸ਼ਨ ਕਦੇ ਨਹੀਂ ਹੋਏਗਾ। ਸੋ 1 1 ਕੀ ਆ, ਜਦੋਂ ਇੱਧਰੋਂ ਹਰ ਯੂਨੀਕ ਐਲੀਮੈਂਟ ਦੀ ਇੱਧਰ ਵੀ ਕੀ ਹੋਊਗੀ, ਇੱਕ ਯੂਨੀਕ ਇਮੇਜ ਹੋਏਗੀ, ਉਹ ਕੀ ਹੋਏਗਾ 1 1 ਫੰਕਸ਼ਨ ਹੋਏਗਾ। ਦੇਖੋ ਇੱਕ ਹੋਰ ਐਗਜ਼ਾਮਪਲ ਦੇ ਥਰੂ ਇਹਨੂੰ ਸਮਝਾਇਆ ਹੋਇਆ, ਕਹਿੰਦੇ R ਦੀ ਇਮੇਜ 4 ਆ ਐਂਡ H ਦੀ ਇਮੇਜ ਸਾਡੇ ਕੋਲ R ਦੀ ਇਮੇਜ 4 ਆ, H ਦੀ ਇਮੇਜ 2 ਆ, O ਦੀ ਇਮੇਜ 1 ਆ, Q ਦੀ ਇਮੇਜ 5 ਆ। ਦੇਖੋ ਕੋਈ ਇੱਥੇ ਮੈਚ ਨਹੀਂ ਹੋ ਰਿਹਾ, ਕੋਈ ਇੱਧਰ ਮੈਚ ਨਹੀਂ ਹੋ ਰਿਹਾ, ਸਾਰਿਆਂ ਦੀ ਯੂਨੀਕ ਇਮੇਜਿਸ ਨੇ, ਸੋ ਇਹ 1 1 ਆ। ਇੱਧਰ ਦੇਖਿਆ ਬੱਚੇ H ਦੀ ਇਮੇਜ ਵੀ 2 ਆ ਅਤੇ O ਦੀ ਇਮੇਜ ਵੀ 2 ਆ, ਮਤਲਬ 2 ਐਲੀਮੈਂਟ ਇਹੋ ਜਿਹੇ ਨੇ ਜਿਨ੍ਹਾਂ ਦਾ ਆਨਸਰ ਕੀ ਆਉਂਦਾ, ਸੇਮ ਆਉਂਦਾ। ਫਿਰ ਇੱਥੇ ਤਾਂ ਕੰਟਰਾਡਿਕਸ਼ਨ ਹੋ ਗਈ, ਕਿਉਂਕਿ 1 1 ਕੀ ਆ, ਜਦੋਂ ਆਨਸਰ ਵੀ ਕੀ ਆਵੇ, ਯੂਨੀਕ ਆਵੇ। H ਦਾ ਕੋਈ ਹੋਰ ਹੋਣਾ ਚਾਹੀਦਾ ਸੀ, O ਦਾ ਆਨਸਰ ਕੋਈ ਹੋਰ ਹੋਣਾ ਚਾਹੀਦਾ ਸੀ। ਇਹ ਕੀ ਹੋ ਗਿਆ, ਸਾਡੇ ਕੋਲ 1 1 ਫੰਕਸ਼ਨ ਨਹੀਂ ਹੈਗਾ। ਓਕੇ ਬੱਚੇ, ਇਹ ਸੀਗੀ 1 1 ਟਾਈਪ। ਹੁਣ ਜਿਹੜਾ ਸਾਡੇ ਕੋਲ 1 1 ਫੰਕਸ਼ਨ ਨਹੀਂ ਹੋਊਗਾ ਬੱਚੇ, ਉਹਨੂੰ ਅਸੀਂ ਕਹਾਂਗੇ ਨੋਟ 1 1 ਫੰਕਸ਼ਨ ਜਾਂ ਫਿਰ ਮੈਨੀ 1 ਫੰਕਸ਼ਨ। ਮੈਨੀ 1 ਫੰਕਸ਼ਨ ਵੀ ਅਸੀਂ ਉਹਨੂੰ ਬੋਲਾਂਗੇ। ਉਸ ਤੋਂ ਬਾਅਦ ਹੈਗਾ ਬੱਚੇ ਔਨ ਟੂ ਫੰਕਸ਼ਨ। ਦੇਖੋ ਸੈਕਿੰਡ ਟਾਈਪ ਹੋ ਗਈ ਸਾਡੇ ਕੋਲ ਫੰਕਸ਼ਨਸ ਦੀ ਔਨ ਟੂ ਫੰਕਸ਼ਨ। A function is onto if each element in the codomain is an image of pre-image। ਦੇਖੋ ਕਹਿੰਦੇ ਹਰ ਐਲੀਮੈਂਟ ਦੀ ਕੋਡੋਮੇਨ 'ਚ ਜਿੰਨੇ ਐਲੀਮੈਂਟ ਪਏ ਨੇ, ਜੇ ਉਹਨਾਂ ਦੀ ਪ੍ਰੀ ਇਮੇਜ ਹੈਗੀ ਆ ਕੋਈ ਨਾ ਕੋਈ, ਤਾਂ ਅਸੀਂ ਉਹਨੂੰ ਕੀ ਬੋਲਾਂਗੇ, ਔਨ ਟੂ ਫੰਕਸ਼ਨ। ਮਤਲਬ ਹੁਣ ਅਸੀਂ ਡੀਲ ਕਿੱਥੇ ਤੱਕ ਕੀਤਾ ਸੀ ਬੱਚੇ, ਅਸੀਂ ਸਿਰਫ ਇਹ ਦੇਖਿਆ ਕਿ ਜਿਹੜੇ ਆਪਣੇ ਕੋਲ ਡੋਮੇਨ 'ਚ ਐਲੀਮੈਂਟ ਪਏ ਨੇ ਕੀ ਉਹਨਾਂ ਸਾਰਿਆਂ ਦੀ ਇਮੇਜ ਹੈਗੀ ਆ, ਜੇ ਹੈਗੀ ਆ ਤਾਂ ਠੀਕ ਹੈ ਜੀ ਉਹ ਫੰਕਸ਼ਨ ਹੋਊਗਾ। ਜੇ ਡੋਮੇਨ ਦੇ ਵਿੱਚ ਕੋਈ ਸਿੰਗਲ ਐਲੀਮੈਂਟ ਵੀ ਖਾਲੀ ਪਿਆ ਤਾਂ ਇਸਦਾ ਮਤਲਬ ਉਹ ਫੰਕਸ਼ਨ ਨਹੀਂ ਹੈਗਾ ਸੀ। ਹੁਣ ਇਹ ਕੀ ਕਹਿੰਦਾ, ਔਨ ਟੂ ਫੰਕਸ਼ਨ ਕੀ ਹੁੰਦਾ, ਜਦੋਂ ਅਸੀਂ ਪਿਛਲੇ ਸੈੱਟ ਲਈ ਕੋਡੋਮੇਨ ਸੈੱਟ ਲਈ ਵੀ ਦੇਖੇ, ਜਿਵੇਂ ਇਹਦੇ ਵਿੱਚ ABC ਐਲੀਮੈਂਟ ਨੇ, ਇੱਧਰ ਮੰਨ ਲਓ 1 2 3 ਐਲੀਮੈਂਟ ਨੇ, 1 ਦੀ ਇਮੇਜ A ਆ, 2 ਦੀ ਇਮੇਜ B ਆ, ਅਤੇ ਅੱਗੇ ਬੱਚੇ 2 ਦੀ ਇਮੇਜ CB ਆ। ਦੇਖੋ ਹੁਣ ਇੱਥੇ 3 ਐਲੀਮੈਂਟ ਆ ਜਿਹੜਾ ਖਾਲੀ ਪਿਆ, 3 ਦੀ ਕੋਈ ਪ੍ਰੀ ਇਮੇਜ ਨਹੀਂ ਹੈਗੀ। ਜੇ ਕੋਈ ਵੀ ਐਲੀਮੈਂਟ ਕੋਡੋਮੇਨ 'ਚ ਇਹੋ ਜਿਹਾ ਪਿਆ ਜਿਹਦੀ ਕੋਈ ਪ੍ਰੀ ਇਮੇਜ ਨਹੀਂ ਹੈਗੀ, ਤਾਂ ਇਸਦਾ ਮਤਲਬ ਇਹ ਫੰਕਸ਼ਨ ਔਨ ਟੂ ਨਹੀਂ ਹੈਗਾ। ਸੋ ਇਨਡਾਇਰੈਕਟਲੀ ਕਿ ਇਹ ਸਾਡੇ ਕੋਲ ਇਹ ਕਹਿਣਾ ਚਾਹੁੰਦਾ ਕਿ B ਦੇ ਵਿੱਚ ਕੋਡੋਮੇਨ 'ਚ ਜਿੰਨੇ ਐਲੀਮੈਂਟ ਪਏ ਨੇ ਉਹ ਸਾਰੇ ਹੀ A ਦੇ ਕਿਸੇ ਨਾ ਕਿਸੇ ਐਲੀਮੈਂਟ ਨਾਲ ਕੀ ਹੋਣੇ ਚਾਹੀਦੇ ਨੇ, ਜੁੜੇ ਹੋਣੇ ਚਾਹੀਦੇ ਨੇ, ਤਾਂ ਉਹਨੂੰ ਕੀ ਕਹਾਂਗੇ ਅਸੀਂ ਔਨ ਟੂ। ਹੁਣ ਇੱਥੇ ਬੱਚੇ ਇਹ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਸਾਡੇ ਕੋਲ ਯੂਨੀਕਲੀ ਹੋਣਾ ਚਾਹੀਦਾ, ਨਹੀਂ, ਬਸ ਸਿਰਫ ਜੁੜੇ ਹੋਣੇ ਚਾਹੀਦੇ। ਜਿਵੇਂ ਹੁਣ ਅਸੀਂ ਇੱਕ ਫੰਕਸ਼ਨ ਲੈ ਲਿਆ 1 2 3, ਇੱਧਰ ਲੈ ਲਿਆ 5, 1 ਦੀ ਇਮੇਜ ਵੀ 5 ਆ, 2 ਦੀ ਇਮੇਜ ਵੀ, 3 ਦੀ ਇਮੇਜ ਵੀ। ਕੀ ਇਹ ਫੰਕਸ਼ਨ ਔਨ ਟੂ ਹੈਗਾ? ਹਾਂਜੀ, ਕਿਉਂਕਿ 5 ਬੱਚੇ ਕੀ ਐਲੀਮੈਂਟ ਸੀ, ਉਹਦੇ ਲਈ ਸਾਡੇ ਕੋਲ ਪ੍ਰੀ ਇਮੇਜ ਹੈਗੀ ਆ। ਜੇ ਹੁਣ ਇਹ 'ਚ 6 ਪਾਤਾ, 6 ਕਿਸੇ ਨਾਲ ਨਹੀਂ ਜੁੜਿਆ ਹੋਇਆ, ਹੁਣ ਪੁੱਛੇ ਕੀ ਇਹ ਫੰਕਸ਼ਨ ਔਨ ਟੂ ਹੈਗਾ, ਤੁਸੀਂ ਕਹੋਗੇ ਨਹੀਂ, ਕਿਉਂਕਿ 6 ਐਲੀਮੈਂਟ ਦੀ ਕੋਈ ਵੀ ਪ੍ਰੀ ਇਮੇਜ ਆ ਜਿਹੜੀ ਉਹ ਸਾਡੇ ਕੋਲ ਨਹੀਂ ਹੈਗੀ। ਸੋ ਔਨ ਟੂ ਦੇ ਵਿੱਚ ਕੀ ਆ, ਪ੍ਰੀ ਇਮੇਜ ਦੇਖੀ ਜਾਓ, 1 1 ਦੇ ਵਿੱਚ ਕੀ ਆ, ਹਰੇਕ ਦੀ ਇੱਕ ਯੂਨੀਕ ਇਮੇਜ ਦੇਖੀ ਜਾਓ। ਅੱਗੇ ਹੈਗੀ ਆ ਇਹਦੀ ਐਗਜ਼ਾਮਪਲ ਦੇਖੋ ਬੱਚੇ, ਡਾਇਗਰਾਮ ਦੇ ਥਰੂ ਉਹਨਾਂ ਨੇ ਸਮਝਾਇਆ ਕਿ ਸਾਡੇ ਕੋਲ ਕੋਈ ਫੰਕਸ਼ਨ ਆ, A ਦੀ ਇਮੇਜ 1 ਆ, E ਦੀ ਇਮੇਜ 4 ਆ, ਅੱਗੇ I ਅਤੇ O ਦੀ ਇਮੇਜ 2 ਆ, ਐਂਡ U ਦੀ ਇਮੇਜ ਸਾਡੇ ਕੋਲ 3 ਆ। ਹੁਣ ਦੇਖੋ ਹਰ ਐਲੀਮੈਂਟ ਜੋ ਕੋਡੋਮੇਨ 'ਚ ਪਿਆ, ਕੀ ਇੱਧਰ ਜੁੜਿਆ ਹੋਇਆ ਹੈ ਕਿ ਕਿਸੇ ਨਾਲ? ਯੈਸ, 1 'ਚੋਂ ਵੀ ਇੱਕ ਲਾਈਨ ਆ, 2 'ਚੋਂ ਵੀ ਹੈਗੀ, 3 ਦੀ ਵੀ ਹੈਗੀ, 4 ਦੀ। ਇਸ ਦਾ ਮਤਲਬ ਇੱਥੇ ਹਰ ਐਲੀਮੈਂਟ ਦੀ ਪ੍ਰੀ ਇਮੇਜ ਆ, ਇਹਨੂੰ ਕੀ ਬੋਲਾਂਗੇ, ਔਨ ਟੂ ਫੰਕਸ਼ਨ। ਹੁਣ ਇੱਧਰ ਆ ਜਾਓ ਬੱਚੇ, ਕਹਿੰਦੇ A ਦੀ ਇਮੇਜ 1 ਆ, E ਦੀ ਇਮੇਜ ਸਾਡੇ ਕੋਲ 2 ਆ, I ਦੀ ਇਮੇਜ 5 ਆ, O ਦੀ ਇਮੇਜ ਸਾਡੇ ਕੋਲ ਅਗੇਨ 2 ਆ, ਬਟ 3 ਅਤੇ 4 ਦੀ ਕੋਈ ਪ੍ਰੀ ਇਮੇਜ ਸਾਡੇ ਕੋਲ ਨਹੀਂ ਹੈਗੀ। ਜੇ 3 ਅਤੇ 4 ਦੀ ਕੋਈ ਪ੍ਰੀ ਇਮੇਜ ਨਹੀਂ ਹੈਗੀ, ਇਸ ਦਾ ਮਤਲਬ ਸਾਡੇ ਕੋਲ ਇਹ ਫੰਕਸ਼ਨ ਔਨ ਟੂ ਨਹੀਂ ਹੈਗਾ, ਕਿਉਂਕਿ ਔਨ ਟੂ ਕਦੋਂ ਸੀ, ਜਦੋਂ B ਦੇ ਵਿੱਚ ਜਿੰਨੇ ਐਲੀਮੈਂਟ ਪਏ ਨੇ ਉਹ ਕਿਸੇ ਨਾ ਕਿਸੇ ਨਾਲ ਪਿੱਛੇ ਜੁੜੇ ਹੋਣੇ ਚਾਹੀਦੇ ਨੇ, ਪਰ ਇੱਥੇ ਨਹੀਂ ਜੁੜਿਆ ਹੋਇਆ। ਇਸ ਦਾ ਮਤਲਬ ਸਾਡੇ ਕੋਲ ਇਹ ਔਨ ਟੂ ਫੰਕਸ਼ਨ ਨਹੀਂ ਹੈਗਾ। ਆਈ ਹੋਪ ਬੱਚੇ ਔਨ ਟੂ ਦੀ 1 1 ਦੀ ਕਲੀਅਰ ਹੋ ਗਈ ਹੋਗੀ। ਦੇਖੋ ਇੱਕ ਐਗਜ਼ਾਮਪਲ ਹੋਰ ਦਿੱਤੀ ਡਾਇਗਰਾਮ ਦੇ ਥਰੂ। ਇੱਧਰਲੀ ਸਾਡੇ ਕੋਲ ਜਿਹੜੀ ਡਾਇਗਰਾਮ ਆ ਉਹਦੇ ਵਿੱਚ ਜਿੰਨੇ ਐਲੀਮੈਂਟ ਆਹ ਸੈੱਟ 'ਚ ਪਏ ਨੇ ਸਾਰੇ ਕਿਸੇ ਨਾ ਕਿਸੇ ਨਾਲ ਜੁੜੇ ਨੇ, 4 ਨਾਲ ਵੀ, 2 ਨਾਲ ਵੀ, 5 ਵੀ। ਪਰ ਜਦੋਂ ਆਹ ਸੈੱਟ 'ਚ ਦੇਖਿਆ 8 ਅਤੇ 1 ਕਿਸੇ ਨਾਲ ਨਹੀਂ ਜੁੜਿਆ ਹੋਇਆ, ਇਸ ਦਾ ਮਤਲਬ ਇਹ ਔਨ ਟੂ ਫੰਕਸ਼ਨ ਨਹੀਂ ਹੈਗਾ।
ਅੱਗੇ ਨੈਕਸਟ ਹੈਗਾ ਬੱਚੇ 1 ਐਂਡ ਔਨ ਟੂ ਦੋਨੋਂ ਹੀ। ਦੇਖੋ ਜਿਹੜਾ ਔਨ ਟੂ ਫੰਕਸ਼ਨ ਆ ਉਹਨੂੰ ਅਸੀਂ ਸਰਜੈਕਟਿਵ ਵੀ ਬੋਲਦੇ ਹਾਂ, ਜਿਹੜਾ 1 ਫੰਕਸ਼ਨ ਆ ਉਹਨੂੰ ਅਸੀਂ ਇੰਜੈਕਟਿਵ ਬੋਲਦੇ ਹਾਂ। ਹੁਣ ਅਗਲੀ ਟਾਈਪ ਹੈਗੀ ਆ ਥਰਡ ਟਾਈਪ 1 ਐਂਡ ਔਨ ਟੂ, ਜਿੱਥੇ ਬੱਚੇ 1 ਅਤੇ ਔਨ ਟੂ ਦੋਨੋਂ ਹੀ ਇਕੱਠੇ ਹੋ ਜਾਣ ਉਹਨੂੰ ਕੀ ਕਹਾਂਗੇ ਅਸੀਂ 1 ਅਤੇ ਔਨ ਟੂ ਫੰਕਸ਼ਨ ਬੋਲਾਂਗੇ। ਹੁਣ 1 ਕੀ ਸੀ, ਹਰੇਕ ਦੀ ਇਮੇਜ ਯੂਨੀਕ ਹੋਣੀ ਚਾਹੀਦੀ ਆ। ਔਨ ਟੂ ਕੀ ਸੀ, ਹਰੇਕ ਦੀ ਇੱਕ ਪ੍ਰੀ ਇਮੇਜ ਹੋਣੀ ਚਾਹੀਦੀ ਹੈ। ਜਦੋਂ ਇਹ ਦੋਨੋਂ ਇਕੱਠੇ ਆ ਗਏ ਤਾਂ ਉਸ ਟਾਈਮ ਅਸੀਂ ਕੀ ਬੋਲਾਂਗੇ, ਇਹਨੂੰ 1 ਔਨ ਟੂ ਫੰਕਸ਼ਨ ਜਾਂ ਫਿਰ ਬਾਈਜੈਕਟਿਵ ਫੰਕਸ਼ਨ। ਦੇਖੋ ਵਿੱਚ ਐਗਜ਼ਾਮਪਲ ਲੈਂਦੇ ਹਾਂ, ਕਹਿੰਦੇ ਇੱਧਰ 1 2 3 ਸੀ, ਇੱਧਰ 4 5 6 ਆ। 1 ਦੀ ਇਮੇਜ 4 ਆ, 2 ਦੀ 4 ਆ, 3 ਦੀ 5। ਹੁਣ ਜਦੋਂ ਇਹਨੂੰ ਸਿੰਗਲ ਹੀ ਦੇਖਿਆ ਬੱਚੇ, ਸਾਡੇ ਕੋਲ ਇਹ ਫੰਕਸ਼ਨ ਕੀ ਆ, ਨਾ ਤਾਂ ਇਹ 1 ਆ ਨਾ ਹੀ ਔਨ ਟੂ ਆ, ਬਟ ਅਸੀਂ ਇਹਨੂੰ ਬਣਾਇਆ ਜੇ 1 2 3 ਐਂਡ 4 5 6। ਹੁਣ ਇਹਦੇ ਵਿੱਚ ਦੇਖੋ 1 ਦੀ ਇਮੇਜ 4 ਆ, 2 ਦੀ 5 ਆ, 3 ਦੀ 6। ਹੁਣ ਦੇਖੀਏ 1 ਦੀ ਵੀ ਯੂਨੀਕ 4 ਆ, ਹੋਰ ਕਿਸੇ ਦੀ ਇਮੇਜ 4 ਨਹੀਂ। 2 ਦੀ ਇਮੇਜ 5 ਆ, ਹੋਰ ਕਿਸੇ ਐਲੀਮੈਂਟ ਦੀ ਇਮੇਜ 5 ਨਹੀਂ। 3 ਦੀ ਇਮੇਜ 6 ਆ, ਹੋਰ ਕਿਸੇ ਐਲੀਮੈਂਟ ਦੀ ਇਮੇਜ 6 ਨਹੀਂ। ਇਸ ਦਾ ਮਤਲਬ ਹਰ ਐਲੀਮੈਂਟ ਦੀ ਇਮੇਜ ਕੀ ਆ, ਯੂਨੀਕ ਆ। ਪਲੱਸ ਜੇ ਕੋਡ ਮੇਨ ਵੱਲ ਤੋਂ ਪਹਿਲਾਂ ਦੇਖੀਏ, ਕੋਡ ਮੇਨ 'ਚ ਜਿੰਨੇ ਐਲੀਮੈਂਟ ਪਏ ਨੇ ਉਹਨਾਂ ਸਾਰੇ ਪਿੱਛੇ ਕਿਸੇ ਨਾ ਕਿਸੇ ਨਾਲ ਜੁੜੇ ਹੋਏ ਨੇ। ਇਸ ਦਾ ਮਤਲਬ ਇਹ ਬੱਚੇ ਫੰਕਸ਼ਨ 1 ਵੀ ਆ, ਔਨ ਟੂ ਵੀ ਆ। ਜਿੱਥੇ ਦੋਨੋਂ ਹੋਣ ਉਹਨੂੰ ਕੀ ਬੋਲਾਂਗੇ ਅਸੀਂ, ਬਾਈਜੈਕਟਿਵ ਫੰਕਸ਼ਨ। ਜਿਵੇਂ ਐਗਜ਼ਾਮਪਲ ਆ ਬੱਚੇ, ਕਹਿੰਦੇ ਇੱਧਰ ABCD ਆ, ਇੱਧਰ 1 2 3 4 ਆ, ਹਰ ਐਲੀਮੈਂਟ ਕਿਸੇ ਨਾ ਕਿਸੇ ਨਾਲ ਜੁੜਿਆ ਹੋਇਆ ਤਾਂ ਇਹ ਕੀ ਹੋ ਗਿਆ 1 ਔਨ ਟੂ। ਬਟ ਇੱਧਰ ਇੱਕ ਡਾਇਗਰਾਮ ਆ ਜਿਹਦੇ ਵਿੱਚ 4 ਐਲੀਮੈਂਟ ਕਿਸੇ ਨਾਲ ਪਿੱਛੇ ਨਹੀਂ ਜੁੜਿਆ ਹੋਇਆ ਤਾਂ 4 ਕੀ ਹੋ ਗਿਆ ਸਾਡੇ ਕੋਲ, ਇਹ ਸਾਡੇ ਕੋਲ ਜਿਹੜਾ ਇਹ ਫੰਕਸ਼ਨ ਹੈ ਕੀ ਹੋ ਗਿਆ, ਨਾ ਤਾਂ 1 ਆ, ਇਹ ਸਾਡੇ ਕੋਲ 1 ਆ, ਨਾ ਹੀ ਔਨ ਟੂ ਆ। ਸੋ ਬਾਈਜੈਕਟਿਵ ਨਹੀਂ ਹੋਏਗਾ। ਅਗਲੀ ਹੈਗੀ ਟਾਈਪ ਬੱਚੇ ਇਨਵਰਸ ਆਫ ਅ ਫੰਕਸ਼ਨ। 5th ਟਾਈਪ ਹੋ ਗਈ ਸਾਡੇ ਕੋਲ, ਫੋਰਥ ਟਾਈਪ ਹੋ ਗਈ ਸਾਡੇ ਕੋਲ ਇਨਵਰਸ ਆਫ ਅ ਫੰਕਸ਼ਨ। ਦੇਖੋ ਇਨਵਰਸ ਕੀ ਹੁੰਦਾ, ਆਹ ਡਾਇਗਰਾਮ ਦੇ ਥਰੂ ਸਮਝ ਸਕਦੇ ਹੋ ਜੀ। ਕਹਿੰਦੇ ਇਹਦੇ ਵਿੱਚ 2 ਫੰਕਸ਼ਨ ਲਾਤੇ, ਇੱਕ ਤਾਂ ਸਿੰਪਲ ਫੰਕਸ਼ਨ, ਇੱਕ ਉਹਦਾ ਇਨਵਰਸ ਫੰਕਸ਼ਨ। ਤੁਸੀਂ ਇਹਦੇ ਵਿੱਚ ਐਪਲ ਪਾਏ ਸੀ, ਆ ਪਤਾ ਨਹੀਂ ਹੁਣ ਕੀ ਹੈ, ਬਟ ਅਸੀਂ ਮੰਨ ਲਿਆ ਕਿ ਮੈਂਗੋ ਨਿਕਲ ਗਿਆ। ਕਹਿੰਦੇ ਫੰਕਸ਼ਨਿੰਗ ਕੁਛ ਇਹੋ ਜਿਹੀ ਆ, ਜਦੋਂ ਅਸੀਂ ਉਹਨੂੰ ਐਪਲ ਇਨਪੁਟ ਦੇ ਰਹੇ ਹਾਂ ਉਹ ਸਾਨੂੰ ਕੀ ਦੇ ਰਿਹਾ, ਮੈਂਗੋ ਆਊਟਪੁੱਟ ਦੇ ਰਿਹਾ। ਫਿਰ ਕਹਿੰਦੇ ਅਗੇਨ ਇਹਦੇ ਰਿਵਰਸ ਫੰਕਸ਼ਨ 'ਚ ਪਤਾ ਬੱਚੇ, ਰਿਵਰਸ ਬਾਕਸ ਕੀ ਹੋ ਗਿਆ, ਜਿਹੜਾ ਕਹਿੰਦੇ ਕੱਢਿਆ ਸੀਗਾ ਉਹੀ ਦੁਬਾਰਾ ਸਾਨੂੰ ਚਾਹੀਦਾ। ਹੁਣ ਇਹਦੇ ਵਿੱਚ ਤੁਸੀਂ ਮੈਂਗੋ ਪਾਓਗੇ ਫਿਰ ਤੋਂ ਤੁਹਾਨੂੰ ਕੀ ਮਿਲ ਜਾਣਗੇ, ਐਪਲ ਮਿਲ ਜਾਣਗੇ। ਸਿੱਧੀ ਜਿਹੀ ਵਰਕਿੰਗ ਬੱਚੇ ਕਹਿੰਦੇ ਜਦੋਂ ਕਿਸੇ ਚੀਜ਼ ਦਾ ਅਸੀਂ ਰਿਵਰਸ ਸਟੈਪ ਕਰ ਦਈਏ, ਤੁਸੀਂ ਪਹਿਲਾਂ ਕਾਲਜ ਤੋਂ ਘਰ ਗਏ, ਫਿਰ ਘਰ ਤੋਂ ਕਾਲਜ, ਇੱਕੋ ਸਟੈਪ ਨੂੰ ਰਿਵਰਸ ਸਟਾਈਲ ਦੇ ਵਿੱਚ ਕਰ ਦਿਓ, ਕੀ ਹੋ ਗਿਆ, ਉਹਦਾ ਇਨਵਰਸ ਹੋ ਗਿਆ। ਕਹਿੰਦੇ ਗਿਵਨ ਐਨੀ ਫੰਕਸ਼ਨ ਐਫ, ਦ ਇਨਵਰਸ ਆਫ ਫੰਕਸ਼ਨ ਇਜ਼ ਅ ਰਿਲੇਸ਼ਨ ਇਜ਼ ਫਾਰਮਡ ਬਾਈ ਇੰਟਰਚੇਂਜਿੰਗ ਈਚ ਆਫ ਦ ਐਲੀਮੈਂਟ ਐਕਸ ਵਾਈ ਟੂ ਵਾਈ ਆਫ ਐਕਸ। ਪਰ ਜਦੋਂ ਵੀ ਬੱਚੇ ਅਸੀਂ ਇਨਵਰਸ ਦੀ ਗੱਲ ਕਰਦੇ ਹਾਂ ਤਾਂ ਇਨਵਰਸ ਸਾਡੇ ਕੋਲ ਕਿਸੇ ਫੰਕਸ਼ਨ ਦਾ ਉਦੋਂ ਹੀ ਐਗਜ਼ਿਸਟ ਕਰਦਾ ਹੁੰਦਾ ਜਦੋਂ ਉਹ ਫੰਕਸ਼ਨ ਕੀ ਹੋਵੇ, ਬਾਈਜੈਕਟਿਵ। ਮਤਲਬ ਜੇ ਕੋਈ ਫੰਕਸ਼ਨ 1 ਵੀ ਆ, ਔਨ ਟੂ ਵੀ ਆ, ਤਾਂ ਉਹਦਾ ਇਨਵਰਸ ਵੀ ਕੀ ਕਰੇਗਾ, ਐਗਜ਼ਿਸਟ ਕਰੇਗਾ। ਫਿਰ ਜੇ ਹੈਗੇ ਨੇ 1 ਔਨ ਟੂ, ਫਿਰ ਤਾਂ ਇਨਵਰਸ ਬਹੁਤ ਸਿੰਪਲ ਹੋ ਜਾਂਦਾ ਸਾਡੇ ਕੋਲ ਲਿਖਣਾ। ਦੇਖੋ ਜਿਵੇਂ ਇੱਕ ਹੈਗਾ ਸਾਡੇ ਕੋਲ ABC ਸੈਟ, ਇਹ ਜਾ ਰਿਹਾ 1 2 3 ਤੇ A ਦੀ ਇਮੇਜ 2 ਆ, B ਦੀ 1 ਆ, C ਦੀ 3 ਆ। ਇਹਦਾ ਇਨਵਰਸ ਲਿਖਣਾ ਹੋਵੇ ਤਾਂ ਪਿਛਲਾ ਸੈੱਟ ਬੱਚੇ ਮੂਹਰੇ ਲਿਖ ਦੋਗੇ 1 2 3 ਤੇ ਇੱਧਰ ਲਿਖ ਦੋਗੇ ABC। ਬਸ ਮੈਪਿੰਗ ਉਵੇਂ ਹੀ, 1 ਦੀ ਮੈਪਿੰਗ ਕਿਹਦੇ ਨਾਲ ਸੀ, B ਨਾਲ, ਇੱਥੇ ਵੀ 1 ਦੀ ਮੈਪਿੰਗ B ਨਾਲ, 2 ਦੀ ਮੈਪਿੰਗ A ਨਾਲ ਸੀ ਤਾਂ 2 ਦੀ A ਨਾਲ, 3 ਦੀ ਮੈਪਿੰਗ C ਨਾਲ ਸੀ ਤਾਂ 3 ਦੀ C ਨਾਲ। ਬਸ ਚੇਂਜ ਕੀ ਹੋਇਆ, ਜੋ ਕੋਡੋਮੇਨ ਸੀ ਉਹ ਡੋਮੇਨ ਬਣ ਗਈ, ਜੋ ਡੋਮੇਨ ਸੀ ਉਹ ਸਾਡੇ ਕੋਲ ਕੀ ਬਣ ਗਈ, ਕੋਡੋਮੇਨ ਦੀ ਫਾਰਮ 'ਚ ਬਣ ਗਈ। ਇਹ ਹੋ ਗਿਆ ਸਾਡਾ ਇਨਵਰਸ ਫੰਕਸ਼ਨ। ਅੱਗੇ ਹੈਗੀ ਬੱਚੇ ਸਾਡੇ ਕੋਲ ਟਾਈਪ ਲੀਨੀਅਰ ਫੰਕਸ਼ਨ। ਕਹਿੰਦੇ ਲੀਨੀਅਰ ਫੰਕਸ਼ਨ ਸਾਡੇ ਕੋਲ ਇਕਨੋਮਿਕਸ ਦੇ ਵਿੱਚ ਇੱਕ ਪੋਪੂਲਰ ਫੰਕਸ਼ਨ ਆ ਜੋ ਯੂਜ਼ ਕੀਤਾ ਜਾਂਦਾ। ਇਹ ਈਜ਼ੀ ਹੁੰਦਾ ਐਂਡ ਹੈਂਡਲ ਵੀ ਈਜ਼ੀ ਹੋ ਜਾਂਦਾ। ਇਹਦੇ ਵਿੱਚ ਮੇਨਲੀ ਬੱਚੇ ਸਾਨੂੰ ਹੁਣ ਜਦੋਂ ਅਸੀਂ ਨੂਮੈਰੀਕਲ ਵਗੈਰਾ ਸੋਲਵ ਕਰਦੇ ਤਾਂ ਸਾਨੂੰ ਇਕੁਏਸ਼ਨਸ ਦਿੱਤੀਆਂ ਹੁੰਦੀਆਂ ਨੇ। ਕਹਿੰਦੇ ਹੁੰਦੇ ਆ ਕਿ ਸਾਡੇ ਕੋਲ ਫੰਕਸ਼ਨ ਆ, ਮੰਨ ਲਓ ਜੇ ਐਫ ਡਿਫਾਈਨ ਕੀਤਾ, ਐਫ ਡਿਫਾਈਨ ਇਸ ਤਰ੍ਹਾਂ ਕੀਤਾ ਕਿ ਉਹਦੇ ਵਿੱਚ ਐਕਸ ਪਾਈਏ, ਆਨਸਰ ਕੀ ਨਿਕਲ ਕੇ ਆਵੇ, ਐਕਸ ਪਲੱਸ 3 ਨਿਕਲ ਕੇ ਆਵੇ, ਐਕਸ 2x + 5 ਨਿਕਲ ਕੇ ਆਵੇ, ਜਾਂ 3x + 8 ਨਿਕਲ ਕੇ ਆਵੇ। ਕੁਛ ਇਹੋ ਜਿਹੀਆਂ ਇਕੁਏਸ਼ਨ ਜਿਹਦੇ ਵਿੱਚ ਕੀ ਹੁੰਦਾ, ਐਕਸ ਨਾਲ ਕੋਈ ਵੇਰੀਏਬਲ ਦੀ ਪ੍ਰੋਡਕਟ ਹੁੰਦੀ ਆ ਪਲੱਸ ਕੋਈ ਹੋਰ ਵੇਰੀਏਬਲ ਪਿਆ ਹੁੰਦਾ। ਜਦੋਂ ਸਾਡੇ ਕੋਲ ਫੰਕਸ਼ਨ ਦੀ ਡਿਫਾਈਨਮੈਂਟ ਇਸ ਫਾਰਮ ਦੇ ਵਿੱਚ ਆ a + bx ਫਾਰਮ 'ਚ, ਤਾਂ ਉਸਨੂੰ ਅਸੀਂ ਕੀ ਬੋਲਦੇ ਹਾਂ, ਇੱਕ ਲੀਨੀਅਰ ਫੰਕਸ਼ਨ ਬੋਲਦੇ ਹਾਂ। ਬੱਚੇ ਇਹਦਾ ਵੀ ਉਹੀ ਕੰਮ ਆ। ਕਹਿੰਦੇ ਜਿਵੇਂ ਜਿਵੇਂ ਐਕਸ ਦੀ ਵੈਲਿਊ ਦੇਈ ਜਾਵਾਂਗੇ ਸਾਨੂੰ ਵਾਈ ਦੀ ਵੈਲਿਊ ਮਿਲੀ ਜਾਊਗੀ, ਫਿਰ ਉਹਦੇ ਅਕੋਰਡਿੰਗ ਅਸੀਂ ਆਪਣਾ ਗ੍ਰਾਫ ਆ ਜਿਹੜਾ ਉਹ ਡਰਾ ਕਰ ਸਕਦੇ। ਜਿਵੇਂ ਹੁਣ ਮੰਨ ਲਓ ਸਾਨੂੰ ਵਾਈ ਦਿੱਤਾ, ਫੰਕਸ਼ਨ ਦਿੱਤਾ ਹੋਇਆ ਬੱਚੇ x = x + 3। ਪਹਿਲਾਂ ਤੁਸੀਂ ਇਹ 'ਚ 1 ਸਬਸਟੀਟਿਊਟ ਕੀਤਾ, ਆਨਸਰ ਕੀ ਆ ਗਿਆ, 1 + 1 1 + 3 4। 2 ਸਬਸਟੀਟਿਊਟ ਕੀਤਾ, ਆਨਸਰ ਕੀ ਆ ਗਿਆ, 2 + 3 5। ਕਹਿੰਦੇ ਇਸੇ ਤਰ੍ਹਾਂ x ਦੀ ਵੈਲਿਊ 1 ਸੀ, ਆਨਸਰ ਕੀ ਮਿਲਿਆ 4, 2 ਸੀ ਤਾਂ ਆਨਸਰ ਕੀ ਮਿਲਿਆ 5। ਇਹ ਹੋ ਗਿਆ ਸਾਡੇ ਕੋਲ ਲੀਨੀਅਰ ਫੰਕਸ਼ਨ, ਕਿਉਂਕਿ ਇਹਦੀ ਇਕੁਏਸ਼ਨ ਕੀ ਆ, ਲੀਨੀਅਰ
ਫਾਰਮ ਦੇ ਵਿੱਚ ਦਿੱਤੀ ਹੋਈ ਆ। ਇਹ ਸੀਗੀ ਬੱਚੇ ਲੀਨੀਅਰ ਫੰਕਸ਼ਨ ਦੀ ਡੈਫੀਨੇਸ਼ਨ। ਨੈਕਸਟ ਸਾਡੇ ਕੋਲ ਕੀ ਆ, ਐਕਸਪੋਨੈਂਸ਼ੀਅਲ ਫੰਕਸ਼ਨ। ਕਹਿੰਦੇ ਜਦੋਂ ਫੰਕਸ਼ਨ ਦੀ ਡਿਫਾਈਨਮੈਂਟ ਇਸ ਤਰ੍ਹਾਂ ਦੀ ਹੋਵੇ ਬੱਚੇ b ਦੀ ਪਾਵਰ x ਔਰ e ਦੀ ਪਾਵਰ x ਫਾਰਮ ਦੇ ਵਿੱਚ, ਦੇਖੋ 5 ਦੀ ਪਾਵਰ x ਕਹਿਤਾ ਜਾਂ ਫਿਰ e ਦੀ ਪਾਵਰ 8 ਕਹਿਤਾ, ਜਦੋਂ ਵੀ ਇਸ ਤਰ੍ਹਾਂ ਦੇ ਫੰਕਸ਼ਨ ਆਲਰੇਡੀ ਡਿਫਾਈਨ ਹੋਣ ਉਹਨੂੰ ਅਸੀਂ ਕੀ ਬੋਲਾਂਗੇ, ਐਕਸਪੋਨੈਂਟ ਫੰਕਸ਼ਨ ਬੋਲਾਂਗੇ। ਹੁਣ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਬੱਚੇ, ਜਿਵੇਂ ਜਿਵੇਂ ਅਸੀਂ x ਦੀ ਵੈਲਿਊ ਪਾਈ ਜਾਵਾਂਗੇ ਉਹ ਸਾਨੂੰ ਆਨਸਰ ਮਿਲੀ ਜਾਊਗਾ। e ਦੀ ਪਾਵਰ 1, ਮੰਨ ਲਓ ਜੇ ਫੰਕਸ਼ਨ ਦੀ ਡਿਫਾਈਨਮੈਂਟ ਆ e ਦੀ ਪਾਵਰ x ਤਾਂ ਸਾਨੂੰ 1 ਪਾਏ ਤੇ e ਦੀ ਪਾਵਰ 1 ਮਿਲ ਗਿਆ, 2 ਪਾਏ ਤੇ e ਦੀ ਪਾਵਰ 2 ਮਿਲ ਜਾਏਗਾ। ਜੇ ਅਸੀਂ ਇਹਦੇ ਵਿੱਚ ਪਾਈਏ ਤਾਂ ਜਦੋਂ ਅਸੀਂ 1 ਪਾਇਆ 5 ਦੀ ਪਾਵਰ 1 5 ਆ ਜਾਊਗਾ, 2 ਪਾਇਆ 5 ਦੀ ਪਾਵਰ 2 25 ਆ ਜਾਊ। ਇਹ ਸਾਡੇ ਕੋਲ ਕੀ ਨੇ ਇਹ ਬੱਚੇ, ਐਕਸਪੋਨੈਂਸ਼ੀਅਲ ਫੰਕਸ਼ਨ। ਜਦੋਂ ਕਿਸੇ ਦੀ ਪਾਵਰ ਫਾਰਮ ਦੇ ਵਿੱਚ ਸਾਡੇ ਕੋਲ ਕੀ ਆਉਂਦੀ ਆ, ਆਊਟਪੁੱਟ ਆਉਂਦੀ ਆ, ਉਹ ਕੀ ਹੁੰਦਾ ਸਾਡੇ ਕੋਲ, ਐਕਸਪੋਨੈਂਸ਼ੀਅਲ ਫੰਕਸ਼ਨ। ਨੈਕਸਟ ਟਾਈਪ ਹੈਗੀ ਆ ਬੱਚੇ ਸਾਡੇ ਕੋਲ ਇਹਦੀ ਲੋਗਰਿਥਮ ਫੰਕਸ਼ਨ। ਲੋਗਰਿਥਮ ਫੰਕਸ਼ਨ ਕੀ ਨੇ, ਕਹਿੰਦੇ ਜਦੋਂ ਫੰਕਸ਼ਨ ਦੀ ਡਿਫਾਈਨਮੈਂਟ ਕੁਛ ਇਸ ਤਰ੍ਹਾਂ ਕੀਤੀ ਹੋਈ ਹੈ ਕਿ x ਪਾਇਆ ਆਨਸਰ ਕੀ ਆ ਗਿਆ, log of x ਆ ਗਿਆ, x ਪਾਇਆ ਆਨਸਰ ਕੀ ਆ ਗਿਆ, log x ਸਕੁਅਰ ਪਲੱਸ log of x, ਕੁਛ ਵੀ ਹੈ ਜਿਹਾ ਉਹ ਫੰਕਸ਼ਨ ਜਿਹਦੇ ਵਿੱਚ log ਦੀ ਟਰਮ ਆ ਜਾਵੇ ਉਹਨੂੰ ਅਸੀਂ ਕੀ ਬੋਲਾਂਗੇ, ਲੋਗਰਿਥਮ ਫੰਕਸ਼ਨ ਬੋਲਾਂਗੇ। ਇਹ ਸੀਗੇ ਵਿੱਚ ਲੋਗਰਿਥਮ। ਅੱਗੇ ਨੈਕਸਟ ਹੈਗੀ ਹੈ ਸਾਡੇ ਕੋਲ ਕਾਂਸਟੈਂਟ ਫੰਕਸ਼ਨ। ਕਾਂਸਟੈਂਟ ਦਾ ਬੱਚੇ ਜੇ ਅਸੀਂ ਮੀਨਿੰਗ ਦੀ ਗੱਲ ਕਰੀਏ, ਕਹਿੰਦੇ ਕਾਂਸਟੈਂਟ ਫੰਕਸ਼ਨ ਹੁੰਦਾ ਜਦੋਂ ਸਾਡੇ ਕੋਲ ਵੈਲਿਊ ਚੇਂਜ ਨਾ ਹੋਵੇ, ਕਾਂਸਟੈਂਟ ਰਹੇ, ਸਥਿਰ ਰਹੇ, ਫਿਕਸ ਰਹੇ। ਕਹਿੰਦੇ ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਆ ਜਿਹਦੇ ਵਿੱਚ ਵੈਲਿਊ ਜਿਹੜੀ ਮਰਜ਼ੀ ਪਾਈ ਜਾਓ, ਜਿੰਨੀ ਮਰਜ਼ੀ ਇਨਕਰੀਜ਼ ਡਿਕਰੀਜ਼, ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ, ਆਨਸਰ ਉਹਨੇ ਸਿਰਫ ਇੱਕ ਫਿਕਸ ਵੈਲਿਊ ਹੀ ਦੇਣਾ। ਜਿਵੇਂ ਡਿਫਾਈਨ ਕਰਤਾ 1 ਪਾਇਆ, ਇੱਕ ਫੰਕਸ਼ਨ ਡਿਫਾਈਨ ਕੀਤਾ, ਕਹਿੰਦੇ x ਦੀ ਵੈਲਿਊ ਕਿਹਦੇ ਕੋਲ ਆਓ, ਹਮੇਸ਼ਾ 5 ਦੇ ਕੋਲ ਆਓ। ਹੁਣ ਚਾਹੇ ਤੁਸੀਂ ਇਹ 'ਚ 1 ਪਾ ਲਓ ਤਾਂ ਵੀ ਆਨਸਰ 5, ਚਾਹੇ ਇਹ 'ਚ 2 ਪਾ ਲਓ ਤਾਂ ਵੀ ਆਨਸਰ 5, ਚਾਹੇ ਇਹ 'ਚ 4 ਪਾ ਲਓ ਤਾਂ ਵੀ ਆਨਸਰ 5 ਹੀ ਆਏਗਾ। ਜਿਹੜੀ ਮਰਜ਼ੀ ਵੈਲਿਊ ਪਾ ਲਓ ਆਨਸਰ ਕੀ ਰਹੂਗਾ, ਫਿਕਸ ਰਹੂਗਾ, 5 ਹੀ ਰਹੂਗਾ। ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ, ਕਾਂਸਟੈਂਟ ਫੰਕਸ਼ਨ ਬੋਲਦੇ ਹਾਂ। ਜੇ ਇਹਦੇ ਵਿੱਚ ਡਾਇਗਰਾਮ ਦੀ ਗੱਲ ਕਰੀਏ ਕੁਛ ਇਸ ਤਰ੍ਹਾਂ ਬਣੇਗੀ ਸਾਡੇ ਕੋਲ ਕਿ ਇੱਧਰ ਜਿੰਨੇ ਵੀ ਨੰਬਰ ਪੈ ਨੇ, ਮੰਨ ਲਓ a ਆ, ਇਹਦੇ ਵਿੱਚ 1 2 3 4 ਸਾਰੇ ਪੈ ਨੇ, ਅਤੇ ਇੱਧਰ ਸਿਰਫ ਇੱਕ 5 ਆ। 1 ਦੀ ਇਮੇਜ ਵੀ 5, 2 ਦੀ ਇਮੇਜ ਵੀ 3 ਦੀ ਇਮੇਜ ਵੀ 4 ਦੀ ਇਮੇਜ ਵੀ 5, ਸਿਰਫ ਇੱਕੋ ਡੋਮੇਨ 'ਚ ਸਾਡੇ ਕੋਲ ਇੱਕ ਹੀ ਐਲੀਮੈਂਟ ਹੋਏਗਾ ਅਤੇ ਸਾਰੇ ਐਲੀਮੈਂਟ ਉਹਦੇ ਨਾਲ ਹੀ ਜਾ ਕੇ ਮੈਪ ਹੋ ਜਾਣਗੇ, ਉਹ ਕੀ ਹੁੰਦੀ ਆ, ਕਾਂਸਟੈਂਟ ਫੰਕਸ਼ਨ। ਅੱਗੇ ਨੈਕਸਟ ਟਾਈਪ ਹੈਗੀ ਆ ਬੱਚੇ ਪੋਲੀਨੋਮੀਅਲ ਫੰਕਸ਼ਨ। ਕਹਿੰਦੇ ਜਦੋਂ ਵੀ ਕੋਈ ਇਕੁਏਸ਼ਨ ਪੋਲੀਨੋਮੀਅਲ ਫਾਰਮ 'ਚ ਹੋਵੇ, ਬੱਚੇ ਪੋਲੀਨੋਮੀਅਲ ਕੀ ਆ, ਕੋਈ ਵੀ ਸਾਡੇ ਕੋਲ x ਪਲੱਸ 1 ਪਿਆ, x ਸਕੁਅਰ ਪਲੱਸ 2x ਪਲੱਸ 3 ਪਿਆ, x ਕਿਊਬ ਮਾਈਨਸ 6 ਪਿਆ, x ਦੀ ਪਾਵਰ 4 ਪਲੱਸ x 3 ਅਪ ਟੂ, ਜਿੱਥੇ ਵੀ ਕੋਈ ਵੇਰੀਏਬਲ ਦੀ ਪਾਵਰ ਫਾਰਮ 'ਚ ਕੋਈ ਇਕੁਏਸ਼ਨ ਦਿੱਤੀ ਹੋਈ ਹੈ ਬੱਚੇ, ਜਦੋਂ ਫੰਕਸ਼ਨ ਉਹਦੀ ਫਾਰਮ 'ਚ ਡਿਫਾਈਨ ਆ ਤਾਂ ਉਹਨੂੰ ਕੀ ਬੋਲਦੇ ਆ ਅਸੀਂ, ਪੋਲੀਨੋਮੀਅਲ। ਮੰਨ ਲਓ ਤੁਹਾਨੂੰ ਕਹਿਤਾ ਕਿ ਤੁਸੀਂ ਉਹਨੂੰ x ਇਨਪੁਟ ਦਿਓਗੇ ਪਰ ਆਨਸਰ ਕੀ ਦਊਗਾ, ਉਹ 3x ਸਕੁਅਰ ਮਾਈਨਸ 2 ਕਰਕੇ ਆਨਸਰ ਦਊਗਾ। ਤਾਂ ਇਹ ਵੀ ਕੀ ਹੋ ਗਿਆ, ਇੱਕ ਪੋਲੀਨੋਮੀਅਲ ਫੰਕਸ਼ਨ, ਕਿਉਂਕਿ x ਦੀ ਪਾਵਰ 2 ਆ ਉਹਦੇ ਵਿੱਚ ਪੋਲੀਨੋਮੀਅਲ ਫਾਰਮ ਹੋ ਰਹੀ ਹੈ ਤਾਂ ਇਹ ਪੋਲੀਨੋਮੀਅਲ ਫੰਕਸ਼ਨ ਹੋ ਗਿਆ। ਸੋ ਜਿੰਨੇ ਆਰਡਰ ਦੀ ਵਿੱਚ ਪੋਲੀਨੋਮੀਅਲ ਹੋਊਗੀ ਉਸ ਅਕੋਰਡਿੰਗ ਉਹਨੂੰ ਡਿਫਾਈਨ ਕਰ ਦਾਂਗੇ। ਜੇਕਰ ਪੋਲੀਨੋਮੀਅਲ ਦੀ ਪਾਵਰ 2 ਆ ਤਾਂ ਉਹਨੂੰ ਕੁਆਡਰੈਟਿਕ ਫੰਕਸ਼ਨ ਬੋਲਾਂਗੇ, ਜੇ ਪੋਲੀਨੋਮੀਅਲ ਦੀ ਪਾਵਰ 3 ਆ ਤਾਂ ਉਹਨੂੰ ਅਸੀਂ ਕਿਊਬਿਕ ਫੰਕਸ਼ਨ ਬੋਲਾਂਗੇ। ਪਾਵਰ ਦੇ ਉੱਤੇ ਸਾਡੇ ਕੋਲ ਡਿਪੈਂਡ ਕਰ ਜਾਏਗਾ। ਜੇ ਪਾਵਰ 4 ਆ ਤਾਂ ਬਾਈ ਕੁਆਡਰੈਟਿਕ ਬੋਲ ਦਾਂਗੇ। ਇਸ ਤਰ੍ਹਾਂ ਅਸੀਂ ਇਹਨੂੰ ਡਿਫਾਈਨ ਕਰ ਸਕਦੇ ਹਾਂ। ਨੈਕਸਟ ਹੈਗਾ ਬੱਚੇ ਐਬਸੋਲਿਊਟ ਵੈਲਿਊ ਫੰਕਸ਼ਨ। ਦੇਖੋ ਐਬਸੋਲਿਊਟ ਵੈਲਿਊ ਫੰਕਸ਼ਨ ਕੀ ਹੁੰਦਾ ਸਾਡੇ ਕੋਲ, ਜੇ ਫੰਕਸ਼ਨ ਇਹਦੇ ਵਿੱਚ ਅਸੀਂ ਮੋਡ ਨੂੰ ਇੰਟਰੋਡਿਊਸ ਕਰਦੇ ਹਾਂ ਬੱਚੇ, ਮੋਡੂਲਸ ਜਾਂ ਮੋਡ। ਮੋਡ ਕੀ ਹੁੰਦਾ, ਕਹਿੰਦੇ ਜਦੋਂ ਮੋਡ ਦੇ ਵਿੱਚ ਕੋਈ ਨੈਗੇਟਿਵ ਟਰਮ ਅਸੀਂ ਦਿੰਦੇ ਹਾਂ, ਮੰਨ ਲਓ -1 ਦਿੱਤਾ, ਆਨਸਰ ਇਹ ਹਮੇਸ਼ਾ ਸਾਨੂੰ ਪੋਜ਼ੀਟਿਵ ਕਰੇਗਾ, ਵੀ ਇਹਦੇ ਅੰਦਰ ਨੈਗੇਟਿਵ ਦੀ ਵੈਲਿਊ ਖਤਮ ਹੋ ਜਾਂਦੀ ਹੈ ਬੱਚੇ। ਨੈਗੇਟਿਵ ਨੂੰ ਇਹ ਪੋਜ਼ੀਟਿਵ ਕਰਕੇ ਆਨਸਰ ਦੇ ਦਿੰਦਾ, -4 ਪਾਓਗੇ ਤਾਂ ਵੀ ਆਨਸਰ 4 ਮਿਲੇਗਾ। ਸੋ ਜਿਹੜਾ ਮੋਡੂਲ ਐਬਸੋਲਿਊਟ ਫੰਕਸ਼ਨ ਹੈ, ਜਦੋਂ ਵੀ ਕਿਤੇ ਫੰਕਸ਼ਨ ਦੇ ਵਿੱਚ ਸਾਨੂੰ ਮੋਡ ਦੀ ਤਰ੍ਹਾਂ, ਮੋਡ ਦੇ ਵਿੱਚ ਫੰਕਸ਼ਨ ਡਿਫਾਈਨ ਕੀਤਾ ਹੋਇਆ ਕਿ ਤੁਸੀਂ ਉਹਨੂੰ 2 ਪਾਓਗੇ ਬਟ ਆਨਸਰ ਕੀ ਆਊਗਾ, 2 ਦਾ ਮੋਡ, ਇਸ ਦਾ ਮਤਲਬ ਇਹ ਕੀ ਹੋ ਗਿਆ, ਐਬਸੋਲਿਊਟ ਵੈਲਿਊ ਫੰਕਸ਼ਨ। ਜਿੱਥੇ ਵੀ ਮੋਡ ਆ ਗਿਆ ਅਸੀਂ ਮਾਈਨਸ ਨੂੰ ਕੀ ਕਰੀਏ, ਇਗਨੋਰ ਕਰੀਏ। ਤੁਸੀਂ ਇਹ 'ਚ -2 ਆਨਸਰ ਦਿਓਗੇ ਬੱਚੇ, -2 ਇਨਪੁਟ ਦਿਓਗੇ ਤਾਂ ਆਨਸਰ ਕੀ ਆਊਗਾ, -2 ਦਾ ਮੋਡ ਵਿਚ ਇਜ਼ ਇਕੁਅਲ ਟੂ 2। ਦੇਖੋ 2 ਤੇ ਵੀ ਆਨਸਰ 2 ਮਿਲਿਆ, -2 ਤੇ ਵੀ ਆਨਸਰ 2 ਮਿਲਿਆ। ਇਹ ਕੀ ਹੋ ਗਿਆ ਸਾਡੇ ਕੋਲ, ਐਬਸੋਲਿਊਟ ਵੈਲਿਊ ਫੰਕਸ਼ਨ। ਅੱਗੇ ਬੱਚੇ ਹੁਣ ਜਦੋਂ ਐਬਸੋਲਿਊਟ ਵੈਲਿਊ ਫੰਕਸ਼ਨ ਦੇ ਵਿੱਚ ਤੁਸੀਂ ਆਨਸਰ ਦੇਖੋਗੇ ਤਾਂ ਹਮੇਸ਼ਾ ਆਨਸਰ ਪੋਜ਼ੀਟਿਵ ਹੀ ਮਿਲੂ, ਕਿਉਂਕਿ ਨੈਗੇਟਿਵ ਤਾਂ ਉਹਨੂੰ ਖਤਮ ਹੀ ਹੋ ਜਾਣਾ। ਅੱਗੇ ਹੈਗਾ ਬੱਚੇ ਨੈਕਸਟ ਟਾਈਪ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ। ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਬੱਚੇ ਇਹਦਾ ਕੁਛ ਸਿੰਬਲ ਐਵੇਂ ਹੁੰਦਾ, x ਦੀ ਸਕੁਅਰ ਬ੍ਰੈਕਟ।
ਕਹਿੰਦੇ ਜਦੋਂ ਵੀ ਫੰਕਸ਼ਨ ਇਹ ਡਿਫਾਈਨ ਹੋਵੇ ਬੱਚੇ, ਕਿਤੇ ਵੀ ਫੰਕਸ਼ਨ ਦੇ ਵਿੱਚ ਆ ਬ੍ਰੈਕਟ ਯੂਜ਼ ਹੋ ਗਈ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਦੀ, ਤਾਂ ਉਹਨੂੰ ਗ੍ਰੇਟੈਸਟ ਇੰਟੀਜ਼ਰ ਬੋਲਦੇ ਆ। ਅਤੇ ਇਹਦਾ ਵਰਕਿੰਗ ਕੀ ਹੁੰਦੀ ਆ, ਕਹਿੰਦੇ ਜੇ ਇਹਦੇ ਵਿੱਚ ਕੋਈ ਪੁਆਇੰਟ ਵਾਲੀ ਟਰਮ ਪਾਓਗੇ ਤਾਂ ਇਹ ਸਾਨੂੰ ਹਮੇਸ਼ਾ ਹੀ ਛੋਟੀ ਇੰਟੀਜ਼ਰ ਵੈਲਿਊ ਦੇ ਦੇਗਾ ਜਿਹਦੇ ਵਿੱਚ ਇਹ ਪੁਆਇੰਟ ਵਾਲੀ ਟਰਮ ਲਾਈ ਕਰਦੀ ਹੈ। ਜਿਵੇਂ ਹੁਣ 2.70 ਆ ਬੱਚੇ, 2 ਅਤੇ 3 ਦੇ ਵਿੱਚ ਲਾਈ ਕਰਦਾ, ਤਾਂ ਇਹਦੇ ਗ੍ਰੇਟੈਸਟ ਇੰਟੀਜ਼ਰ ਦੀ ਵੈਲਿਊ 2 ਹੋ। ਹੁਣ ਜਿਹੜਾ ਵੀ ਪੁਆਇੰਟ ਵਾਲੀ ਵੈਲਿਊ ਆ ਉਹ ਜਿਸ ਦੋ ਇੰਟੀਜ਼ਰ ਵੈਲਿਊ 'ਚ ਲਾਈ ਕਰਦੀ ਆ ਉਹਨਾਂ ਦੇ ਵਿੱਚੋਂ ਛੋਟੀ ਇੰਟੀਜ਼ਰ ਵੈਲਿਊ, ਜੇ ਸਿੰਪਲੀ ਕਹਿ ਲਓ ਕਿ ਪੁਆਇੰਟ ਦੇ ਮੂਹਰੇ ਜੋ ਇੰਟੀਜ਼ਰ ਵੈਲਿਊ ਪਈ ਆ ਉਹੀ ਸਾਡਾ ਕੀ ਆਏਗਾ, ਆਨਸਰ ਹੈ। ਜਦੋਂ ਵੀ ਕਿਸੇ ਫੰਕਸ਼ਨ ਦੇ ਵਿੱਚ ਆਹ ਸਿੰਬਲ ਯੂਜ਼ ਕੀਤਾ ਹੋਇਆ ਗ੍ਰੇਟੈਸਟ ਇੰਟੀਜ਼ਰ, ਤਾਂ ਉਹਨੂੰ ਅਸੀਂ ਕੀ ਬੋਲਦੇ ਨੇ, ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਬੋਲਦੇ ਨੇ। ਅੱਗੇ ਬੱਚੇ ਨੈਕਸਟ ਟਾਈਪ ਹੈਗੇ ਸਾਡੇ ਕੋਲ, ਨੈਕਸਟ ਟਾਈਪ ਬਸ ਖਤਮ। ਇਹ ਹੋ ਗਿਆ ਬੱਚੇ ਸਾਡੇ ਕੋਲ ਜਿਹੜਾ ਫੰਕਸ਼ਨ ਆ ਉਹਦੀਆਂ ਟਾਈਪਸ। 1 ਫੰਕਸ਼ਨ, ਔਨ ਟੂ ਫੰਕਸ਼ਨ, 1 ਐਂਡ ਔਨ ਟੂ ਬਾਈਜੈਕਟਿਵ ਬੋਲਦੇ ਆ, ਲੀਨੀਅਰ ਫੰਕਸ਼ਨ ਹੋ ਗਿਆ, ਇਨਵਰਸ ਫੰਕਸ਼ਨ ਹੋ ਗਿਆ, ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਹੋ ਗਿਆ, ਐਬਸੋਲਿਊਟ ਵੈਲਿਊ ਫੰਕਸ਼ਨ ਹੋ ਗਿਆ, ਪੋਲੀਨੋਮੀਅਲ ਫੰਕਸ਼ਨ ਹੋ ਗਿਆ, ਕਾਂਸਟੈਂਟ ਫੰਕਸ਼ਨ ਹੋ ਗਿਆ। ਇਹ ਸਾਰੀਆਂ ਹੀ ਇਹਦੀਆਂ ਟਾਈਪਸ ਦੇ ਵਿੱਚ ਆ ਜਾਂਦੀਆਂ ਨੇ। ਜੇ ਫੰਕਸ਼ਨ ਕਲੀਅਰ ਹੈ ਵਜੇ ਡੈਫੀਨੇਸ਼ਨ ਕਿ ਕਿਸ ਤਰ੍ਹਾਂ ਉਹ ਇਨਪੁਟ ਆਊਟਪੁੱਟ ਲੈਂਦਾ, ਤਾਂ ਉਹਦੀ ਵਰਕਿੰਗ ਦੇ ਅਕੋਰਡਿੰਗ ਅਸੀਂ ਉਹਦੀ ਟਾਈਪਸ ਨੂੰ ਕੀ ਕਰ ਸਕਦੇ ਹਾਂ, ਡਿਫਾਈਨ ਕਰ ਸਕਦੇ ਹਾਂ। ਆਈ ਹੋਪ ਸਭ ਨੂੰ ਕਲੀਅਰ ਹੋ ਗਿਆ ਹੋਏਗਾ ਬੱਚੇ। ਜੇ ਕੋਈ ਵੀ ਡਾਊਟ ਹੋਇਆ ਦੈਨ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸ ਦੇਣਾ। ਨੈਕਸਟ ਟਾਈਮ ਆਪਾਂ ਹੋਰ ਟਰਾਈ ਕਰਾਂਗੇ ਬੈਟਰ ਕਰਨ ਦੀ। ਥੈਂਕ ਯੂ ਫॉर ਵਾਚਿੰਗ।